ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ। ਜਿਵੇਂ ਕਿ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜੋ ਤੁਹਾਡੇ ਟਰਮ ਰਿਜ਼ਲਟ ਆਇਆ CBSE ਬੋਰਡ ਦਾ 2021-22 ਦਾ 10ਵੀਂ ਜਮਾਤ ਤੇ 12ਵੀਂ ਜਮਾਤ ਦਾ, ਉਹਦੇ ਵਿੱਚ ਜੋ ਨੰਬਰ ਲਗਾਏ ਗਏ ਨੇ ਟਰਮ 1 ਨੂੰ ਕਿੰਨੀ ਵੇਟੇਜ ਦਿੱਤੀ ਗਈ ਹੈ ਤੇ ਟਰਮ 2 ਨੂੰ ਕਿੰਨੀ ਵੇਟੇਜ ਦਿੱਤੀ ਗਈ ਹੈ, ਉਹਦੇ ਅਕੋਰਡਿੰਗ ਤੁਸੀਂ ਤਾਂ ਜੇਕਰ ਉਹ ਵੀਡੀਓ ਨਹੀਂ ਦੇਖੀ ਤਾਂ ਵੀਡੀਓ ਜ਼ਰੂਰ ਦੇਖੋ। ਤੇ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜੇ ਵਿਦਿਆਰਥੀ ਆਪਣੇ ਰਿਜ਼ਲਟ ਤੋਂ ਸੰਤੁਸ਼ਟ ਨਹੀਂ ਹੈਗੇ, ਉਹ ਰੀਵੈਲੂਏਸ਼ਨ ਕਰਵਾਉਣਾ ਚਾਹੁੰਦੇ ਨੇ, ਨੰਬਰ ਕਾਊਂਟ ਕਰਵਾਉਣਾ ਚਾਹੁੰਦੇ ਨੇ ਜਾਂ ਆਨਸਰ ਕਾਪੀ ਪ੍ਰਾਪਤ ਕਰਨਾ ਚਾਹੁੰਦੇ ਨੇ, ਤਾਂ ਉਹਦਾ ਕੀ ਪ੍ਰੋਸੈਸ ਹੈ, ਕੀ ਇੰਪੋਰਟੈਂਟ ਮਿਤੀਆਂ ਨੇ 10ਵੀਂ ਜਮਾਤ ਅਤੇ 12ਵੀਂ ਜਮਾਤ ਦੇ ਲਈ। ਤਾਂ ਸਭ ਤੋਂ ਪਹਿਲਾਂ 10ਵੀਂ ਜਮਾਤ ਦੇ ਬਾਰੇ ਗੱਲ ਕਰਦੇ ਹਾਂ। ਟਰਮ 2 ਦੀ ਹੈ ਜੀ ਸਿਰਫ ਇਹ 2021-22। ਤਾਂ ਕਹਿੰਦੇ ਇਵੈਲੂਏਸ਼ਨ ਆਫ ਦਾ ਆਨਸਰ ਬੁੱਕ ਇਜ਼ ਡਨ ਅੰਡਰ ਅ ਵੈਲ ਸੈਟਲਡ ਪਾਲਿਸੀ। ਵੈਲ ਸੈਟਲਡ ਪਾਲਿਸੀ ਹੈ ਜੋ CBSE ਦੀ, ਉਹਦੇ ਅੰਡਰ ਇਹ ਆਨਸਰ ਬੁੱਕਸ ਤੁਸੀਂ ਪ੍ਰਾਪਤ ਕਰ ਸਕਦੇ ਹੋ। ਅਕੋਰਡਿੰਗ ਗਿਵਨ ਬਿਲੋ ਆਰ ਦਾ ਮੋਡੈਲਿਟੀਜ਼ ਐਂਡ ਸ਼ੈਡਿਊਲ ਫਾਰ ਸੈਕੰਡਰੀ ਐਗਜ਼ਾਮੀਨੇਸ਼ਨ 10th ਕਲਾਸ ਦੀ। ਟਰਮ 2 ਦੀ ਹੈ ਜੀ ਸਿਰਫ ਇਹ 21 ਤੇ 22। ਫਾਰ ਦਾ ਪੋਜੈਸਿਜ ਆਫ ਤਿੰਨ ਚੀਜ਼ਾਂ ਦੀ ਤੁਸੀਂ ਵੈਰੀਫਿਕੇਸ਼ਨ ਕਰਵਾ ਸਕਦੇ ਹੋ। ਵੈਰੀਫਿਕੇਸ਼ਨ ਆਫ ਮਾਰਕਸ, ਆਬਟੇਨਿੰਗ ਫੋਟੋਕਾਪੀ ਆਫ ਦਾ ਇਵੈਲੂਏਟਡ ਆਨਸਰ ਬੁੱਕ, ਸਕੈਨਡ ਕਾਪੀ ਮਿਲੇਗੀ ਤੁਹਾਨੂੰ ਦੂਜੇ ਨੰਬਰ ਦੇ ਵਿੱਚ ਜੇਕਰ ਤੁਸੀਂ ਸਕੈਨਡ ਕਾਪੀ ਆਪਣੀ ਆਨਸਰ ਸ਼ੀਟ ਪ੍ਰਾਪਤ ਕਰਨੀ ਚਾਹੁੰਦੇ ਹੋ। ਤੀਜੇ ਨੰਬਰ ਦੇ ਉੱਪਰ ਹੈ ਜੀ ਰੀਵੈਲੂਏਸ਼ਨ ਆਫ ਆਨਸਰਸ, ਰੀਵੈਲੂਏਸ਼ਨ ਹੋ ਜੂਗੀ ਤੁਹਾਡੇ ਆਨਸਰ ਦੀ। ਤਾਂ ਇਹ ਤਿੰਨ ਚੀਜ਼ਾਂ ਦੀ ਅੰਤਿਮ ਮਿਤੀ ਕੀ ਹੈ, ਸਟਾਰਟ ਮਿਤੀ ਕੀ ਹੈ, ਇਹਨਾਂ ਦੇ ਬਾਰੇ ਚਰਚਾ ਕਰਾਂਗੇ। ਤੇ ਨਾਲੇ ਚਰਚਾ ਕਰਾਂਗੇ ਜੀ ਇਹਨਾਂ ਦੇ ਵਿੱਚ ਹੁੰਦਾ ਕੀ ਹੈ ਜੇ ਤੁਸੀਂ ਵੈਰੀਫਿਕੇਸ਼ਨ ਆਫ ਮਾਰਕਸ ਕਰਵਾਉਂਦੇ ਹੋ, ਜੇ ਸਕੈਨਡ ਕਾਪੀ ਪ੍ਰਾਪਤ ਕਰਨੀ ਹੈ ਜਾਂ ਰੀਵੈਲੂਏਸ਼ਨ ਆਫ ਆਨਸਰਸ ਕਰਵਾਉਣੀ ਹੈ। ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਵੈਰੀਫਿਕੇਸ਼ਨ ਆਫ ਮਾਰਕਸ। ਤਾਂ ਸ਼ੈਡਿਊਲ ਇਜ਼ ਗਿਵਨ ਇਨ ਅਨੈਕਜ਼ਰ 1। ਮਿਤੀਆਂ ਦੇ ਬਾਰੇ ਅਨੈਕਜ਼ਰ 1 ਦੇ ਵਿੱਚ ਦੱਸਾਂਗੇ ਜੀ। ਤਾਂ ਪ੍ਰੋਸੈਸਿੰਗ ਚਾਰਜਿਸ ਆਰ 500 ਰੁਪਇਆ ਪਰ ਸਬਜੈਕਟ ਹੈ ਜੇ ਤੁਸੀਂ ਨੰਬਰਾਂ ਦੀ ਵੈਰੀਫਿਕੇਸ਼ਨ ਕਰਵਾਉਣੀ ਹੈ ਜੀ। ਇਹਦੇ ਵਿੱਚ ਕੀ ਕੁਛ ਹੋ ਸਕਦਾ ਹੈ। ਦਾ ਆਊਟਕਮ ਆਫ ਦਾ ਵੈਰੀਫਿਕੇਸ਼ਨ ਆਫ ਮਾਰਕਸ ਵਿਲ ਬੀ ਅਪਲੋਡਡ ਟੂ ਦਾ ਲੌਗਇਨ ਅਕਾਊਂਟ ਆਫ ਦਾ ਕੈਂਡੀਡੇਟ ਔਨ ਦਾ CBSE ਵੈਬਸਾਈਟ। No individual communication will be sent in this regard. In case of a change in marks, ਜੇਕਰ ਵੈਰੀਫਿਕੇਸ਼ਨ ਤੋਂ ਬਾਅਦ ਚੇਂਜ ਹੁੰਦੀ ਹੈ, ਦਾ ਫਸਟ ਕਮਿਊਨੀਕੇਸ਼ਨ that marks have been changed will be provided hosted. Therefore, once the result is recalculated, the actual increase or actual decrease of marks will also be provided. The applicants are advised to visit CBSE website for the status of the verification request. Only those candidates who will apply for verification of marks online will be eligible to apply for obtaining photocopy of answer book in this that those subject। ਤਾਂ ਇਹ ਇੰਪੋਰਟੈਂਟ ਚੀਜ਼ ਹੈ ਜੀ। ਜਿਹੜੇ ਕੈਂਡੀਡੇਟ ਵੈਰੀਫਿਕੇਸ਼ਨ ਆਫ ਮਾਰਕਸ ਕਰਨਗੇ, ਆਨਲਾਈਨ ਅਪਲਾਈ ਕਰਨਗੇ, ਉਹ ਕੈਂਡੀਡੇਟ ਨੇ ਜੋ ਆਨਸਰ ਬੁੱਕ ਦੀ ਫੋਟੋਕਾਪੀ ਲੈਣ ਦੇ ਲਈ ਐਲੀਜੀਬਲ ਹੋਣਗੇ। ਦੂਜੇ ਨੰਬਰ ਦੇ ਉੱਪਰ ਹੈ ਜੀ ਐਪਲੀਕੇਸ਼ਨ ਫਾਰ ਆਬਟੇਨਿੰਗ ਅ ਫੋਟੋਕਾਪੀ ਆਫ ਦਾ ਇਵੈਲੂਏਟਡ ਆਨਸਰ ਬੁੱਕ। ਜੇ ਤੁਸੀਂ ਆਨਸਰ ਬੁੱਕ ਇਵੈਲੂਏਟਡ ਆਨਸਰ ਬੁੱਕ ਦੀ ਫੋਟੋਕਾਪੀ ਲੈਣੀ ਹੈ ਤਾਂ ਦੱਸਿਆ ਗਿਆ ਜਿਹਦੇ ਵਿੱਚ ਜਿਹੜੇ ਵਿਦਿਆਰਥੀ ਆਨਲਾਈਨ ਵੈਰੀਫਿਕੇਸ਼ਨ ਆਫ ਮਾਰਕਸ ਅਪਲਾਈ ਕਰਨਗੇ ਉਹਨਾਂ ਨੂੰ ਇਹ ਫੋਟੋਕਾਪੀ ਹੈ ਜਿਹੜੀ ਆਨਸਰ ਬੁੱਕ ਮਿਲੇਗੀ। ਪ੍ਰੋਸੈਸਿੰਗ ਚਾਰਜਿਸ ਵਿਲ ਬੀ ਰੇਟ 500 ਪਰ ਸਬਜੈਕਟ ਫਾਰ ਕਲਾਸ 10th। ਇਹ ਅਨੈਕਜ਼ਰ 1 ਦੇ ਵਿੱਚ ਜੋ ਡਿਟੇਲ ਦਿੱਤੀ ਗਈ ਹੈ, ਹੋਰ ਵੀ ਜਾਣਕਾਰੀ ਹੈ ਜੋ ਤੁਸੀਂ ਇਸ ਨੋਟੀਫਿਕੇਸ਼ਨ ਦੇ ਵਿੱਚ ਪੜ੍ਹ ਸਕਦੇ ਹੋ। ਇਫ ਦਾ ਕੈਂਡੀਡੇਟ ਡਿਜ਼ਾਇਰਸ ਟੂ ਚੈਲੰਜ ਦਾ ਮਾਰਕਸ ਅਵਾਰਡਡ ਟੂ ਐਨੀ ਕੁਐਸਚਨ ਦੈਨ ਹੀ ਸ਼ੀ ਵਿਲ ਹੈਵ ਟੂ ਅਪਲਾਈ ਆਨਲਾਈਨ ਐਜ਼ ਪਰ ਦਾ ਸ਼ਡਿਊਲ ਫਾਰ ਰੀ ਇਵੈਲੂਏਸ਼ਨ ਆਫ ਮਾਰਕਸ। ਠੀਕ ਹੈ ਜੀ। ਰੀ ਇਵੈਲੂਏਸ਼ਨ ਆਫ ਮਾਰਕਸ ਆਨਸਰ ਬੁੱਕ ਜਿਹੜੇ ਵਿਦਿਆਰਥੀ ਫੋਟੋਕਾਪੀ ਪ੍ਰਾਪਤ ਕਰਨਗੇ ਉਹ ਆਨਸਰ ਬੁੱਕ ਲਈ ਐਲੀਜੀਬਲ ਹੋਣਗੇ। ਰਿਕੁਐਸਟ ਫਾਰ ਰੀ ਇਵੈਲੂਏਸ਼ਨ ਚੈਲੰਜਸ ਸ਼ੈਲ ਬੀ ਅਸੈਪਟਡ ਓਨਲੀ ਫਾਰ ਦਾ ਥਿਓਰੀ ਪੋਰਸ਼ਨ ਹੈ ਜੋ ਤੁਸੀਂ ਸਿਰਫ ਉਹਦੀ ਰੀ ਇਵੈਲੂਏਸ਼ਨ ਕਰਵਾ ਸਕਦੇ ਹੋ। 100 ਰੁਪਏ ਪਰ ਕੁਐਸਚਨ ਹੈ ਜੋ ਤੁਹਾਡੇ ਤੋਂ ਲਿਆ ਜਾਵੇਗਾ। ਚਾਰਜਿਸ ਨੇ ਜੋ ਇਹਦੇ। ਦਾ ਐਪਲੀਕੈਂਟ ਵਿਲ ਹੈਵ ਟੂ ਰੈਫਰ ਟੂ ਦਾ ਮਾਰਕਿੰਗ ਸਕੀਮ ਇਨ ਦਾ ਸਬਜੈਕਟ ਕੰਸਰਨਡ ਵਿਚ ਵੁੱਡ ਬੀ ਅਵੇਲੇਬਲ ਔਨ ਦਾ ਵੈਬਸਾਈਟ ਅਲੋਂਗ ਵਿਦ ਦਾ ਕੁਐਸਚਨ ਪੇਪਰ ਮਿਲੇਗਾ ਤੁਹਾਨੂੰ। ਆਨਸਰ ਬੁੱਕ ਆਨਸਰ ਸ਼ੀਟ ਮਿਲੇਗੀ ਜੋ ਉੱਤਰ ਕਾਪੀ ਹੈ। Therefore, candidates can submit an application to the re-evaluation in the required question with the region। ठीक है जी। Status of re-evaluation shall be uploaded on the website followed by a formal communication for the regional office। Decrease even by 1 marks shall be affected। Result of the re-evaluation will be final and no appeal or review against the re-evaluation would be entertained। ठीक है जी। ਤਾਂ ਹੁਣ ਆਪਾਂ ਦੇਖਦੇ ਹਾਂ ਜੀ ਇਹਨਾਂ ਦੀਆਂ ਮਿਤੀਆਂ ਕੀ ਨੇ।
ਤਾਂ ਇੱਕ ਇੰਪੋਰਟੈਂਟ ਚੀਜ਼ ਹੈ ਜਿਹਦੇ ਵਿੱਚ ਫੋਟੋਕਾਪੀ ਆਫ ਦਾ ਆਨਸਰ ਬੁੱਕ ਅੰਡਰ ਆਰਟੀਆਈ ਐਕਟ 2005 ਵਿਲ ਬੀ ਪ੍ਰੋਵਾਈਡਡ ਐਜ਼ ਪਰ provisions of RTI Act 2005. However, a request for verification and or re-evaluation cannot be made under RTI Act and shall not be entertained. ਠੀਕ ਹੈ ਜੀ, ਅੱਜ ਦੀ ਮਿਤੀ ਦੇ ਵਿੱਚ ਨੋਟੀਫਿਕੇਸ਼ਨ ਹੈ ਜੋ CBSE ਵੱਲੋਂ ਸਰਕੂਲਰ ਜਾਰੀ ਕੀਤਾ ਗਿਆ ਹੈ। ਹੁਣ ਹੈ ਜੀ ਇਹਦੇ ਸਾਹਮਣੇ ਸ਼ਡਿਊਲ ਫਾਰ ਵੈਰੀਫਿਕੇਸ਼ਨ ਆਫ ਮਾਰਕਸ obtaining photocopy of evaluated answer books and re-evaluation for class 10th examination term 2 ਦੀ ਗੱਲ ਹੈ ਜੀ। ਸਿਰਫ ਵੈਰੀਫਿਕੇਸ਼ਨ ਆਫ ਮਾਰਕਸ, ਜੇਕਰ ਤੁਸੀਂ ਆਪਣੇ ਨੰਬਰਾਂ ਦੀ ਵੈਰੀਫਿਕੇਸ਼ਨ ਕਰਵਾਉਣੀ ਹੈ ਤਾਂ ਅੱਜ ਹੋ ਗਈ ਜੀ ਮਿਤੀ 23 ਤੇ ਪੋਰਟਲ ਹੈ ਜੋ 26 ਤਰੀਕ ਨੂੰ ਓਪਨ ਹੋਵੇਗਾ। 26, 27 ਤੇ 28 ਰਾਤ ਦੇ 11:59 ਤੱਕ 3 ਦਿਨਾਂ ਦੇ ਲਈ ਇਹ ਪੋਰਟਲ ਹੈ ਜੋ ਓਪਨ ਹੋਵੇਗਾ। 500 ਰੁਪਇਆ ਪਰ ਸਬਜੈਕਟ ਫੀਸ ਭਰ ਕੇ ਤੁਸੀਂ ਇਹ ਨੰਬਰਾਂ ਦੀ ਵੈਰੀਫਿਕੇਸ਼ਨ ਕਰਵਾ ਸਕਦੇ ਹੋ ਜੇਕਰ ਤੁਸੀਂ ਸੈਟੀਸਫਾਈ ਨਹੀਂ। ਉਸ ਤੋਂ ਬਾਅਦ ਹੈ ਜੀ, ਜੇਕਰ ਤੁਸੀਂ ਤੁਹਾਡੀ ਆਨਸਰ ਬੁੱਕ ਜਿਹੜੀ ਚੈੱਕ ਕੀਤੀ ਗਈ ਹੈ, ਪੇਪਰ ਪ੍ਰਾਪਤ ਕਰਨਾ, ਤੁਸੀਂ ਉਹਦੀ ਫੋਟੋਕਾਪੀ ਲੈਣੀ ਹੈ ਤਾਂ ਉਹਦੇ ਲਈ ਤੁਸੀਂ 8 ਅਗਸਤ 2022 ਤੋਂ ਲੈ ਕੇ 9 ਅਗਸਤ 2022 ਦੇ ਰਾਤ ਤੱਕ ਅਪਲਾਈ ਕਰ ਸਕਦੇ ਹੋ। ਇਹਦੇ ਲਈ ਤੁਹਾਨੂੰ 500 ਰੁਪਏ ਪਰ ਆਨਸਰ ਬੁੱਕ ਹੈ ਜੋ ਫੀਸ ਭਰਨੀ ਪਵੇਗੀ। ਫੀਸ ਹੈ ਜੋ ਔਨਲਾਈਨ ਪੇ ਹੋਏਗੀ। ਅਤੇ ਉਸ ਤੋਂ ਬਾਅਦ ਹੈ ਜੀ ਰੀ-ਇਵੈਲੂਏਸ਼ਨ, ਉਹ ਹੈ ਜੋ ਰੀ-ਇਵੈਲੂਏਸ਼ਨ ਹੈ ਉਹ 13 ਤਰੀਕ ਤੋਂ ਲੈ ਕੇ 14 ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। 100 ਰੁਪਏ ਪਰ ਕੁਐਸਚਨ ਇਹਦੇ ਲਈ ਤੁਹਾਨੂੰ ਫੀਸ ਹੈ ਜੋ ਉਹ ਅਦਾ ਕਰਨੀ ਪਵੇਗੀ। ਇਹਦੇ ਵਿੱਚ ਦੱਸਿਆ ਗਿਆ ਜੀ ਕਿ ਔਨਲਾਈਨ ਪ੍ਰੋਸੈਸ ਹੈ ਜੋ ਕੈਨ ਵੀ ਡਨ ਔਨ ਹੌਲੀਡੇਜ਼ ਟੂ, ਤਾਂ ਛੁੱਟੀਆਂ ਵਾਲੇ ਦਿਨ ਵੀ ਐਂ ਨਹੀਂ ਸਮਝਣਾ ਵੀ ਛੁੱਟੀਆਂ ਦਾ ਅਪਲਾਈ ਨਹੀਂ ਹੋਣਾ, ਛੁੱਟੀਆਂ ਵਾਲੇ ਦਿਨ ਵੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਤਾਂ ਇਹ ਮਿਤੀਆਂ ਨੂੰ ਧਿਆਨ ਦੇ ਵਿੱਚ ਰੱਖਣਾ ਜੀ। ਇਸ ਤੋਂ ਬਾਅਦ ਇਹਨਾਂ ਮਿਤੀਆਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ। ਤਾਂ ਜਿਹੜੇ ਵਿਦਿਆਰਥੀ ਵੈਰੀਫਿਕੇਸ਼ਨ ਕਰਵਾਉਣੀ ਚਾਹੁੰਦੇ ਨੇ, ਫੋਟੋਕਾਪੀ ਪ੍ਰਾਪਤ ਕਰਨੀ ਚਾਹੁੰਦੇ ਨੇ, ਜਿਵੇਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਉਹ ਰੂਲ ਫੋਲੋ ਕਰਦੇ ਹੋਏ ਤੁਸੀਂ ਇਹ ਵੈਰੀਫਿਕੇਸ਼ਨ ਕਰਵਾ ਸਕਦੇ ਹੋ।